ਸਤਿ ਸ੍ਰੀ ਅਕਾਲ ਜੀ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਜੇ ਕੋਈ 8 ਕੁ ਮਹੀਨੇ ਪਏ ਆ। 8 ਕੁ ਮਹੀਨੇ ਬਹੁਤ ਜ਼ਿਆਦਾ ਨਹੀਂ ਹੁੰਦੇ ਔਰ ਇਹਦੇ ਦੌਰਾਨ ਕਈ ਟੁੱਟ ਭੱਜ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਇੱਧਰ ਉੱਧਰ ਆਉਣ ਜਾਣ ਵਾਲਿਆਂ ਦੀ ਗਿਣਤੀ ਵਧੂਗੀ। ਕੋਈ 2 ਟੁੱਟ ਕੇ ਇੱਧਰ ਚਲੇ ਗਏ, 4 ਟੁੱਟ ਕੇ ਇਸ ਪਾਸੇ ਵੱਲ ਨੂੰ ਆ ਗਏ ਜਾਂ ਕਿਸੇ ਦੂਜੀ ਪਾਰਟੀ ਦੇ ਵਿੱਚ ਚਲੇ ਗਏ। ਵੈਸੇ ਅਖੀਰਲੇ 2 ਮਹੀਨਿਆਂ ਦੇ ਵਿੱਚ ਇਹ ਟੁੱਟ ਭੱਜ ਸਿਖਰ ਦੇ ਉੱਤੇ ਹੁੰਦੀ ਆ। ਧੰਨ ਨੇ ਪੰਜਾਬ ਦੇ ਲੋਕ ਜਿਹੜੇ ਅਖੀਰ ਦੇ ਵਿੱਚ ਜਿਹੜੀ ਇਹ ਟੁੱਟ ਭੱਜ ਹੁੰਦੀ ਆ ਉਹਨੂੰ ਵੀ ਬਰਦਾਸ਼ਤ ਕਰ ਲੈਂਦੇ ਆ। ਕਈ ਵਾਰੀ ਤੇ ਇਹ ਹੁੰਦਾ ਕਿ ਜਿਹੜੇ ਉਮੀਦਵਾਰ ਨੇ ਉਹ ਜਦੋਂ ਚੋਣ ਪ੍ਰਚਾਰ ਦੇ ਵਾਸਤੇ ਨਿਕਲਦੇ ਆ, ਮਾਈਕ ਦੇ ਉੱਤੇ ਬੋਲਦੇ ਆ ਤੇ ਬੋਲਦੇ ਆ ਉਹਨਾਂ ਨੂੰ ਚੇਤਾ ਭੁੱਲ ਜਾਂਦਾ ਵੀ ਉਹ ਕਿਹੜੀ ਪਾਰਟੀ 'ਚ ਹੁੰਦੇ ਸੀ ਤੇ ਚੋਣ ਕਿਹੜੀ ਪਾਰਟੀ ਵੱਲੋਂ ਲੜ ਰਹੇ ਆ। ਜਿਹੜੀ ਪਾਰਟੀ 'ਚੋਂ ਆਏ ਹੁੰਦੇ ਆ ਛੱਡ ਕੇ ਦੂਜੀ ਪਾਰਟੀ 'ਚ ਹੁੰਦੇ ਆ, ਉਹ ਪਹਿਲੀ ਵਾਲੀ ਪਾਰਟੀ ਦਾ ਨਾਮ ਲਈ ਜਾਂਦੇ ਆ। ਕਿਉਂਕਿ ਅੱਜ ਕੱਲ੍ਹ ਵੀਡੀਓ ਦਾ ਯੁੱਗ ਹੈ ਤੇ ਸਾਰਾ ਕੁਝ ਜਿਹੜਾ ਉਹ ਵੀਡੀਓ ਦੇ ਵਿੱਚ ਰਿਕਾਰਡਿੰਗ ਹੋ ਜਾਂਦੀ ਹੈ। ਇਹ ਹਾਲਾਤ ਜਿਹੜੇ ਆ ਉਹ ਬਣਦੇ ਆ ਪੰਜਾਬ ਦੇ ਵਿੱਚ। ਐਤਕੀ ਬਣਨੇ ਆ, ਐਤਕੀ ਕੁਝ ਜ਼ਿਆਦਾ ਬਣਨੇ ਆ, ਲੋੜ ਤੋਂ ਵੱਧ ਜਿਹੜੇ ਉਹ ਬਣਨੇ ਆ। ਦੇਖਦੇ ਆ ਥੋੜੀ ਜੀ ਪਾਰਟੀ ਸਥਿਤੀ ਦੇ ਉੱਤੇ ਨਿਗਾਹ ਮਾਰ ਕੇ ਕਿ ਕਿਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਉਹ ਜਾ ਰਹੀ ਹੈ। ਅੱਜ ਕਿਉਂਕਿ ਨਵੀਂ ਡਿਵੈਲਪਮੈਂਟ ਜਿਹੜੀ ਹੋਈ ਆ ਪੰਜਾਬ ਦੇ ਵਿੱਚ, ਉਹ ਹੋਈ ਆ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਇਆ। 20 ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਛੱਡੀਆਂ ਗਈਆਂ ਅਕਾਲੀ ਦਲ ਬਾਦਲ ਦੇ ਵੱਲੋਂ। 23 ਸੀਟਾਂ ਦੇ ਉੱਤੇ ਪਹਿਲਾਂ ਭਾਰਤੀ ਜਨਤਾ ਪਾਰਟੀ ਚੋਣ ਲੜਦੀ ਰਹੀ ਆ, ਜਿਨ੍ਹਾਂ ਦੇ ਨਾਲੋਂ ਗੱਠਜੋੜ ਉਹਨਾਂ ਦਾ ਟੁੱਟ ਗਿਆ। ਕਿਸਾਨਾਂ ਦੇ ਸਬੰਧ ਦੇ ਵਿੱਚ ਆਏ 3 ਖੇਤੀ ਕਾਨੂੰਨਾਂ ਨੂੰ ਲੈ ਕੇ, ਕਿਉਂਕਿ ਅਕਾਲੀ ਦਲ ਬਾਦਲ ਬੁਰੇ ਤਰੀਕੇ ਨਾਲ ਉਸ ਮਾਮਲੇ 'ਚ ਘਿਰ ਗਿਆ, ਉਹਨੂੰ ਆਪਣੇ ਮੰਤਰੀ ਤੋਂ ਅਸਤੀਫਾ ਦਿਵਾਉਣਾ ਪਿਆ ਤੇ ਇਹ ਗੱਠਜੋੜ ਨੂੰ ਅਲਵਿਦਾ ਕਹਿਣਾ ਪਿਆ ਮਜਬੂਰੀ ਦੇ ਵਿੱਚ। ਕਿਉਂਕਿ ਅਦਰਵਾਈਜ਼ ਕਿਸਾਨਾਂ ਦਾ ਗੁੱਸਾ ਜਿਹੜਾ ਸੀ ਉਹ ਝੱਲਿਆ ਨਹੀਂ ਸੀ ਜਾਣਾ। ਕੋਸ਼ਿਸ਼ ਕੀਤੀ ਪਹਿਲਾਂ ਅਕਾਲੀ ਦਲ ਬਾਦਲ ਨੇ ਬੋਲਣ ਦੀ, ਪ੍ਰੈਸ ਕਾਨਫਰੰਸਾਂ ਕਰਨ ਦੀ, ਵੱਡੇ ਬਾਦਲ ਸਾਹਿਬ ਤੋਂ ਵੀ ਅਖਵਾਉਣ ਦੀ, ਉਹਨਾਂ ਨੂੰ ਫੇਸਬੁੱਕ ਤੇ ਲਿਆ ਕੇ ਕਿ ਇਹ ਕਾਨੂੰਨ ਬਹੁਤ ਵਧੀਆ ਨੇ, ਪਰ ਜਦੋਂ ਨਹੀਂ ਦਾਲ ਗਲੀ ਤੇ ਫਿਰ ਛੱਡਣਾ ਪੈ ਗਿਆ। ਅਕਾਲੀ ਦਲ ਬਾਦਲ ਜਿਹੜਾ ਉਹਨੇ ਅੱਜ ਜਿਹੜਾ ਗੱਠਜੋੜ ਕੀਤਾ ਬਹੁਜਨ ਸਮਾਜ ਪਾਰਟੀ ਦੇ ਨਾਲ। ਜਿਹੜੀ ਬਹੁਜਨ ਸਮਾਜ ਪਾਰਟੀ ਆ ਪੰਜਾਬ ਦੇ ਵਿੱਚੋਂ ਇਹ ਉੱਠੀ ਸੀ। ਬਾਬੂ ਕਾਸ਼ੀ ਰਾਮ ਹੋਰਾਂ ਦਾ ਸੁਪਨਾ ਸੀ ਕਿ ਇੱਕ ਦਲਿਤ ਭਾਈਚਾਰੇ ਦੀ ਇਸ ਤਰ੍ਹਾਂ ਦੀ ਪਾਰਟੀ ਹੋਵੇ ਜਿਹੜੀ ਕਿ ਕਿਸੇ ਇੱਕ ਸੂਬੇ ਤੱਕ ਨਹੀਂ ਬਲਕਿ ਮੁਲਕ ਦੇ ਉੱਤੇ ਰਾਜ ਕਰੇ। ਤੇ ਇੱਕ ਵੇਲਾ ਸੀ ਜਦੋਂ ਬਹੁਜਨ ਸਮਾਜ ਪਾਰਟੀ ਨੇ ਵਾਕਿਆ ਹੀ ਬੜੀ ਤੇਜ਼ੀ ਦੇ ਨਾਲ ਮੁਲਕ ਦੇ ਵਿੱਚ ਪੈਰ ਪਸਾਰੇ ਤੇ ਉਹ ਮੁਲਕ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਵਿੱਚ ਚੰਗੀ ਪੈਂਠ ਬਣਾ ਗਈ ਆਪਣੀ। ਇਸੇ ਕਰਕੇ ਬਹੁਜਨ ਸਮਾਜ ਪਾਰਟੀ ਜਿਹੜੀ ਸੀ ਉਹ ਸੱਤਾ ਦੇ ਉੱਤੇ ਵੀ ਉੱਤਰ ਪ੍ਰਦੇਸ਼ ਦੇ ਵਿੱਚ ਕਾਬਜ ਹੋਈ। ਇੱਕ ਸਮਾਂ ਇਹ ਵੀ ਸੀ ਜਦੋਂ ਅਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਆਗੂ ਨੇ ਮਾਇਆਵਤੀ ਹੁਰੀ, ਉਹ ਸ਼ਾਇਦ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚ ਜਾਣ। ਪਰ ਉੱਤਰ ਪ੍ਰਦੇਸ਼ ਦੇ ਵਿੱਚ ਬਣ ਕੇ ਜਿਵੇਂ ਉਹ ਬੁੱਤ ਪ੍ਰਸਤੀ ਦੇ ਦੁਆਲੇ ਹੋ ਕੇ ਰਹਿ ਗਏ, ਉਹਨਾਂ ਨੇ ਇਸ ਸਮਾਜ ਦਾ ਕੁਝ ਨਾ ਕੀਤਾ। ਇੱਕ ਜਿਹੜੇ ਜੋੜ ਤੋੜ ਤੇ ਗੱਠ ਜੋੜ ਜਿਹੜੇ ਸੀਗੇ ਉਹ ਬੜੇ ਅਜੀਬੋ ਗਰੀਬ ਰਹੇ। ਕਈ ਕੁਝ ਉਹਨਾਂ ਦੇ ਬਾਰੇ ਚੱਲਦਾ ਰਹਿੰਦਾ ਕਿ ਕਿਉਂ ਉਹ ਕੀਤੇ ਜਾਂਦੇ ਨੇ, ਕਿਹੜੇ ਤਰੀਕੇ ਨਾਲ ਕੀਤੇ ਜਾਂਦੇ ਨੇ। ਅੱਜ ਕੱਲ ਜਿਹੜੇ ਬੀਬੀ ਮਾਇਆਵਤੀ ਹੋਰੀ ਜ਼ਿਆਦਾ ਐਕਟਿਵ ਨਹੀਂ ਹੈਗੇ। ਉਹਨਾਂ ਦੇ ਐਕਟਿਵ ਨਾ ਹੋਣ ਦਾ ਕਾਰਨ ਜਿਹੜਾ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਉਹ ਉਲਝੇ ਹੋਏ ਨੇ। ਇਸ ਕਰਕੇ ਕੇਂਦਰ ਦੀ ਸਰਕਾਰ ਉਹਨੂੰ ਪਤਾ ਕਿ ਉਹ ਜੇਕਰ ਉਹ ਉੱਤਰ ਪ੍ਰਦੇਸ਼ ਦੇ ਵਿੱਚ ਐਕਟਿਵ ਹੁੰਦੇ ਆ ਤੇ ਫਿਰ ਉਹਨਾਂ ਨੂੰ ਚੁੱਪ ਕਿਵੇਂ ਕਰਾਉਣਾ। ਜੋ ਭਾਰਤੀ ਜਨਤਾ ਪਾਰਟੀ ਕਰਦੀ ਆ ਆਪਣੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੇ ਵਾਸਤੇ, ਉਹ ਕੇਸ ਕਿੰਨੇ ਸਹੀ ਨੇ ਕਿੰਨੇ ਗਲਤ ਨੇ ਇਹ ਤਾਂ ਅਦਾਲਤਾਂ ਨੇ ਫੈਸਲਾ ਕਰਨਾ ਹੁੰਦਾ। ਪਰ ਕੇਸ ਹੈ ਬਹੁਤ ਸਾਰੇ ਨੇ ਮਾਇਆਵਤੀ ਹੋਰਾਂ ਦੇ ਉੱਤੇ, ਉਹਨਾਂ ਦੇ ਰਾਜ ਸੱਤਾ ਦੇ ਦੌਰਾਨ ਜਿਹੜੇ ਬਣੇ ਹੋਏ ਕੇਸ ਨੇ। ਜੇ ਗੱਲ ਕਰੀਏ ਤਾਂ 1996 ਦੇ ਵਿੱਚ ਅਕਾਲੀ ਦਲ ਬਾਦਲ ਦੇ ਨਾਲ ਗੱਠਜੋੜ ਬਹੁਜਨ ਸਮਾਜ ਪਾਰਟੀ ਦਾ ਹੋਇਆ ਸੀ। ਇਹ ਦੌਰ ਉਹ ਸੀਗਾ ਜਦੋਂ 92 ਦੇ ਵਿੱਚ ਸਰਕਾਰ ਬਣੀ ਬੇਅੰਤ ਸਿੰਘ ਹੋਰਾਂ ਦੀ। ਅਕਾਲੀ ਦਲ ਨੇ ਬਾਈਕਾਟ ਕੀਤਾ ਸੀਗਾ। ਬਹੁਜਨ ਸਮਾਜ ਪਾਰਟੀ ਉਦੋਂ ਵਿਰੋਧੀ ਧਿਰ ਦੇ ਵਿੱਚ ਸੀ ਵਿਧਾਨ ਸਭਾ ਦੇ ਵਿੱਚ। ਜੋ ਕੁਝ 92 ਤੋਂ 97 ਦੇ ਦੌਰਾਨ ਪੰਜਾਬ ਨੇ ਭੁਗਤਿਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਸ ਵੇਲੇ ਜਿਹੜਾ ਸੀਗਾ ਪੰਜਾਬ ਦੇ ਵਿੱਚ ਆਪਣੇ ਦਲ ਦੇ ਪੈਰ ਲਾਏ।
ਔਰ ਬੜੇ ਜ਼ਬਰਦਸਤ ਪੈਰ ਲਾਏ। ਜਿਹੜਾ ਉਹਨਾਂ ਦਾ ਮੁੱਦਾ ਸੀਗਾ ਉਸ ਵੇਲੇ ਪੰਥਕ ਮੁੱਦਾ ਸੀਗਾ ਕਿ ਪੰਜਾਬ ਦੀ ਜਵਾਨੀ ਦਾ ਬਹੁਤ ਘਾਣ ਹੋਇਆ। ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਨੇ ਮੁੰਡਿਆਂ ਨੂੰ ਚੁੱਕ ਚੁੱਕ ਕੇ ਮਾਰਿਆ, ਅਸੀਂ ਉਹਨਾਂ ਨੂੰ ਕਟਹਿਰੇ 'ਚ ਖੜੇ ਕਰਾਂਗੇ। ਇਹ ਜੇ ਤੁਸੀਂ ਉਦੋਂ ਦੇ ਉਹਨਾਂ ਦੇ ਬਿਆਨ, ਉਹਨਾਂ ਦੀਆਂ ਸਪੀਚਸ ਕੱਢ ਲਓ ਤੇ ਇਸੇ ਦੇ ਉੱਤੇ ਉਹਨਾਂ ਦਾ ਸਾਰਾ ਜਿਹੜਾ ਉਹ ਸੀਗਾ ਦਾਰੋਮਦਾਰ ਚੋਣ ਪ੍ਰਚਾਰ ਦਾ। ਇਹ 92 ਤੋਂ 97 ਵਾਲੀ ਮੈਂ ਗੱਲ ਕਰ ਰਿਹਾ, ਕਿਉਂਕਿ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਆ ਉਹ ਸਰਕਾਰ ਬਣਦੀ ਆ। 96 ਦੇ ਵਿੱਚ ਜਿਹੜਾ ਚੋਣ ਸਮਝੌਤਾ ਹੁੰਦਾ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਹੁੰਦਾ। 13 ਦੇ ਵਿੱਚੋਂ 12 ਸੀਟਾਂ ਜਿਹੜੀਆਂ ਇਹ ਗੱਠਜੋੜ ਜਿੱਤ ਜਾਂਦਾ, 3 ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਆਉਂਦੀਆਂ ਨੇ। ਉਦੋਂ ਬਾਅਦ ਇਹ ਗੱਠਜੋੜ ਜਿਹੜਾ ਜੀ ਅੱਗੇ ਨਹੀਂ ਤੁਰਦਾ, ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੋ ਜਾਂਦਾ ਅਕਾਲੀ ਦਲ ਬਾਦਲ ਦਾ। ਸਰਕਾਰ ਜਿਹੜੀ ਬਣਦੀ ਹੈ 97 ਦੇ ਵਿੱਚ ਜਾ ਕੇ ਉਹ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ ਬਣਦੀ ਹੈ ਤੇ ਇਹ ਗੱਠਜੋੜ ਸਿਰੇ ਨਹੀਂ ਜਿਹੜਾ ਉਹ ਚੜ੍ਹਦਾ। ਉਸ ਤੋਂ ਬਾਅਦ ਜਿਹੜੀ ਬਹੁਜਨ ਸਮਾਜ ਪਾਰਟੀ ਆ ਉਹ ਪੰਜਾਬ ਦੇ ਵਿੱਚ ਜਿੱਥੋਂ ਜਨਮੀ ਸੀ ਉਹਦਾ ਵੋਟ ਬੈਂਕ ਜਿਹੜਾ ਉਹ ਖੁਰਦਾ ਗਿਆ। ਖੁਰਦਾ ਜੇ ਆਪਾਂ ਲਾਸਟ ਵਿਧਾਨ ਸਭਾ ਚੋਣਾਂ ਦੇ ਵਿੱਚ ਦੇਖੀਏ ਤਾਂ ਇਹਦਾ ਜਿਹੜਾ ਵੋਟ ਬੈਂਕ ਹੈ ਬਹੁਜਨ ਸਮਾਜ ਪਾਰਟੀ ਦਾ ਉਹ ਸਿਰਫ ਜਿਹੜਾ 1.5% ਜਿਹੜਾ ਇੱਥੇ ਪੰਜਾਬ ਦੇ ਵਿੱਚ ਹੈ, ਸਿਰਫ 1.5%। ਔਰ 17 ਦੇ ਵਿੱਚ ਈਵਨ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਜਿਹੜਾ ਉਹ 5.4% ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਉਹਦਾ 25.2% ਹੈ। 38.5% ਲੈ ਕੇ ਕਾਂਗਰਸ ਨੇ ਇਹ ਚੋਣ ਜਿੱਤੀ ਸੀ, 77 ਸੀਟਾਂ ਜਿੱਤੀਆਂ ਸੀ। 23.7% ਵੋਟ ਬੈਂਕ ਲੈ ਕੇ 20 ਸੀਟਾਂ ਜਿੱਤੀਆਂ ਆਮ ਆਦਮੀ ਪਾਰਟੀ ਨੇ, ਜਿਹੜੀ ਪਹਿਲੀ ਵਾਰੀ ਜਿਹਨੇ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਸੀ, ਜਿਹੜੀ ਕਿ ਦਾਅਵਾ ਕਰ ਰਹੀ ਸੀ ਕਿ ਉਹ 100 ਸੀਟਾਂ ਦੇ ਉੱਤੇ ਜਿੱਤ ਹਾਸਲ ਕਰੂਗੀ 2017 ਦੇ ਵਿੱਚ। ਨਤੀਜੇ ਜਿਹੜੇ ਜੀ ਉਹ ਆ ਸੀਗੇ ਉਸ ਵੇਲੇ। ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਬਾਦਲ ਸੀਗਾ ਉਹ ਵਿਰੋਧੀ ਧਿਰ ਵੀ ਨਹੀਂ ਰਿਹਾ, ਆਪਣੇ ਸਭ ਦੇ ਸਾਹਮਣੇ ਸੀਗਾ। ਹੁਣ ਜਿਹੜਾ ਇਹ ਗੱਠਜੋੜ ਹੋਇਆ ਇਹ ਕਿੰਨੀਆਂ ਸੀਟਾਂ ਲਿਜਾ ਸਕਦਾ ਹੈ, ਇਹ ਅਜੇ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੈ, ਕਿਉਂਕਿ ਸਭ ਤੋਂ ਪਹਿਲੇ ਤਾਂ ਇਹ ਗੱਲ ਹੋਊਗੀ ਕਿ ਇਹ ਗੱਠਜੋੜ ਜਿਹੜਾ ਉਹ ਸਿਰੇ ਲੱਗੂਗਾ 2022 ਦੀਆਂ ਚੋਣਾਂ ਤੱਕ, ਕਿਉਂਕਿ ਜਿਹੜੇ ਬੀਬੀ ਮਾਇਆਵਤੀ ਹੋਰਾਂ ਦਾ ਜਿਹੜਾ ਰਿਕਾਰਡ ਹੈ ਉਹ ਇਸ ਕਿਸਮ ਦਾ ਹੈ ਕਿ ਉਹਨਾਂ ਦਾ ਕੋਈ ਪਤਾ ਨਹੀਂ ਉਹਨਾਂ ਨੇ ਕਦੋਂ ਗੱਠਜੋੜ ਜਿਹੜਾ ਉਹ ਤੋੜ ਦੇਣਾ। ਇਹ ਕਹਿ ਕੇ ਕਿ ਨਹੀਂ ਅਸੀਂ ਤੁਹਾਡੇ ਨਾਲ ਗੱਠਜੋੜ ਨਹੀਂ ਕਰਨਾ। ਇਹ ਨਹੀਂ ਤਾਂ ਜਿਹੜੇ ਆਪਣੇ ਗੁਆਂਢੀ ਸੂਬਾ ਹਰਿਆਣਾ ਉੱਥੋਂ ਦੇ ਜਿਹੜੇ ਮੰਤਰੀ ਨੇ, ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਹੋਰਾਂ ਨੂੰ ਪੁੱਛ ਲਓ, ਉਹਨਾਂ ਦੇ ਨਾਲ ਚੋਣ ਸਮਝੌਤਾ ਹੋਇਆ ਸੀ। ਇਹ ਵੀ ਕਹਿਤਾ ਕਿ ਉਹ ਭੈਣ ਭਰਾ ਨੇ ਹੁਣ, ਔਰ ਉਸ ਤੋਂ ਬਾਅਦ ਮਾਇਆਵਤੀ ਹੋਰਾਂ ਨੇ ਇਹ ਗੱਠਜੋੜ ਤੋੜ ਦਿੱਤਾ ਕੁਝ ਸਮਾਂ ਪਹਿਲਾਂ ਜਿਹੜੀਆਂ ਵੋਟਾਂ ਤੋਂ। ਇਹ ਨਿਭੂਗਾ ਜਾਂ ਨਹੀਂ ਨਿਭੂਗਾ ਇਹ ਆਉਂਦੇ ਦਿਨਾਂ ਦੇ ਉੱਤੇ ਨਿਰਭਰ ਕਰਦਾ। ਇਹਦੇ ਵਿੱਚ ਇੱਕ ਅਹਿਮ ਜਿਹੜਾ ਪੁਆਇੰਟ ਦੇਖਣ ਵਾਲਾ ਉਹ ਇਹ ਹੈ ਕਿ ਅਕਾਲੀ ਦਲ ਨੇ ਕੁਝ ਜਿਹੜੀਆਂ ਜਨਰਲ ਸੀਟਾਂ ਨੇ ਜਿਹੜੀਆਂ ਛੱਡੀਆਂ ਨੇ, ਉਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲਾ ਫੈਸਲਾ ਹੈ ਕਿ ਕੀ ਅਕਾਲੀ ਦਲ ਕੋਲੇ ਮਹਿਲ ਕਲਾਂ ਤੋਂ ਕੋਈ ਕੈਂਡੀਡੇਟ ਨਹੀਂ, ਕਿ ਉਹਦੇ ਕੋਲੇ ਪਾਇਲ ਤੋਂ ਕੋਈ ਕੈਂਡੀਡੇਟ ਨਹੀਂ, ਕਿ ਉਹਦੇ ਕੋਲੇ ਮੋਹਾਲੀ ਤੋਂ ਕੋਈ ਕੈਂਡੀਡੇਟ ਨਹੀਂ, ਉਹਦੇ ਕੋਲੇ ਸ੍ਰੀ ਅਨੰਦਪੁਰ ਸਾਹਿਬ ਤੋਂ ਕੋਈ ਕੈਂਡੀਡੇਟ ਨਹੀਂ, ਅੰਮ੍ਰਿਤਸਰ ਦੇ ਵਿੱਚ ਉਹਦੇ ਕੋਲੇ ਜਿਹੜੀਆਂ 2 ਸੀਟਾਂ ਛੱਡੀਆਂ ਨੇ ਉੱਥੋਂ ਕੋਈ ਕੈਂਡੀਡੇਟ ਉਹਨਾਂ ਦੇ ਕੋਲੇ ਨਹੀਂ ਹੈਗਾ। ਚਲੋ ਬਾਕੀਆਂ ਦੇ ਉੱਤੇ ਇਹ ਮੰਨਿਆ ਕਿ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਉਹ ਹੈਗਾ, ਪਰ ਮਾਲਵਾ ਜਿਹੜਾ ਕਿ ਅਕਾਲੀ ਦਲ ਦਾ ਆਧਾਰ ਆ ਮੇਨ, ਉੱਥੋਂ ਜਦੋਂ ਅਕਾਲੀ ਦਲ ਜਿਹੜੀ ਬਹੁਜਨ ਸਮਾਜ ਪਾਰਟੀ ਆ ਮਾਲਵੇ ਦੇ ਵਿੱਚ 7 ਸੀਟਾਂ ਉਹਦੇ ਵਾਸਤੇ ਛੱਡ ਦਿੰਦਾ ਮਾਲਵੇ 'ਚੋਂ, ਤੇ ਇਹ ਜਿਹੜਾ ਉਹ ਸਵਾਲ ਵੱਡਾ ਰੇਜ਼ ਹੁੰਦਾ। ਮਾਝੇ 'ਚ 5 ਤੇ ਦੁਆਬੇ ਦੇ ਵਿੱਚ 8 ਸੀਟਾਂ ਜਿਹੜੀਆਂ ਉਹ ਛੱਡੀਆਂ ਨੇ। 20 ਸੀਟਾਂ ਦੇ ਉੱਤੇ ਜਿਹੜੀ ਬਹੁਜਨ ਸਮਾਜ ਪਾਰਟੀ ਇਹ ਚੋਣਾਂ ਜਿਹੜੀਆਂ ਉਹ ਲੜੂਗੀ, ਔਰ ਇਹਦੇ ਵਿੱਚ ਬਾਕੀ ਜਿਹੜੀਆਂ ਸੀਟਾਂ ਨੇ ਉਹਦੇ ਉੱਤੇ ਅਕਾਲੀ ਦਲ ਬਾਦਲ ਜਿਹੜਾ ਉਹ ਚੋਣ ਲੜੂਗਾ। ਜਿੱਥੋਂ ਤੱਕ ਮੋਹਾਲੀ ਦੀ ਗੱਲ ਹੈ ਜਾਂ ਅਨੰਦਪੁਰ ਸਾਹਿਬ ਦੀ ਗੱਲ ਹੈ, ਉੱਥੋਂ ਅਕਾਲੀ ਦਲ ਦੇ ਕਈ ਦਿੱਗਜ ਚੋਣ ਜਿਹੜੇ ਜੀ ਉਹ ਲੜਨ ਦੇ ਰੌਂ ਦੇ ਵਿੱਚ ਸਨ, ਤਿਆਰੀ ਬੰਨੀ ਫਿਰਦੇ ਸਨ। ਉਹਨਾਂ ਦਾ ਕੀ ਹੋਊਗਾ, ਇਹ ਕਿਵੇਂ ਛੱਡੀਆਂ ਗਈਆਂ ਨੇ, ਇਹ ਆਉਂਦੇ ਦਿਨਾਂ ਦੇ ਦੌਰਾਨ ਅਕਾਲੀ ਦਲ ਬਾਦਲ ਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਨਿਭਦਾ ਜਿਹੜਾ ਗੱਠਜੋੜ, ਤੇ ਉਸ ਤੋਂ ਬਾਅਦ ਵਾਲੀਆਂ ਗੱਲਾਂ ਨੇ, ਕਿਉਂਕਿ ਅਜੇ ਸਮਾਂ ਪਿਆ।
ਕਿ ਕੀ ਕੁਝ ਇਹਦੇ ਵਿੱਚੋਂ ਜਿਹੜਾ ਉਹ ਗੇਨ ਹੁੰਦਾ। ਜਿਹੜੀ ਗਰਾਊਂਡ ਰਿਐਲਿਟੀ ਆ ਉਹ ਇਹ ਆ ਕਿ ਮਾਲਵੇ ਦੇ ਵਿੱਚੋਂ ਵੀ ਬਹੁਤ ਸਾਰੇ ਕਾਰਨਾਂ ਕਰਕੇ ਅਕਾਲੀ ਦਲ ਬਾਦਲ ਦੇ ਜਿਹੜੇ ਆ ਉਹ ਪੈਰ ਹਾਲ ਦੀ ਘੜੀ ਉਖੜੇ ਹੋਏ ਆ। ਜੇ ਦੂਜੀ ਪਾਰਟੀ ਦੀ ਸਥਿਤੀ ਦੀ ਗੱਲ ਕਰੀਏ ਤਾਂ ਉਹ ਕਾਂਗਰਸ ਹੈ, ਜਿਹੜੀ ਕਿ ਇਸ ਵੇਲੇ ਸੱਤਾ ਦੇ ਵਿੱਚ ਹੈ। 77 ਸੀਟਾਂ ਉਹਨੇ ਪਿਛਲੀ ਵਾਰੀ ਜਿੱਤੀਆਂ, ਔਰ ਉਸ ਤੋਂ ਬਾਅਦ ਜ਼ਿਮਨੀ ਚੋਣਾਂ ਹੋਈਆਂ 3 ਥਾਵਾਂ ਦੇ ਉੱਤੇ, ਉਹ ਵੀ ਉਹਨੇ ਜਿੱਤੀਆਂ, ਇੱਕ ਉਹ ਹਾਰਿਆ। 80 ਸੀਟਾਂ ਦੇ ਨਾਲ 80 ਸੀਟਾਂ ਦੇ ਬਹੁਤ ਵੱਡੇ ਤੁਸੀਂ ਕਹ ਲਓ ਕਿ ਬਹੁਮਤ ਦੇ ਨਾਲ ਇਹ ਸਰਕਾਰ ਆਈ, ਪਰ ਉਹਨੇ ਕੰਮ ਇੱਦਾਂ ਕੀਤਾ ਜਿਵੇਂ ਉਹ ਘੱਟ ਗਿਣਤੀ ਸਰਕਾਰ ਹੋਵੇ, ਵੀ ਜੇ ਆਹ ਕੰਮ ਛੇੜਿਆ ਤੇ ਹਮਾਇਤ ਵਾਪਸ ਹੋ ਜੂ, ਜੇ ਆਹ ਕੰਮ ਛੇੜਿਆ ਤੇ ਹਮਾਇਤ ਵਾਪਸ ਹੋ ਜੂ। ਔਰ ਇਹ ਆਪਣੇ ਆਪ ਦੇ ਵਿੱਚ ਸ਼ਾਇਦ ਰਿਕਾਰਡ ਹੀ ਹੋਊਗਾ ਇੱਕ ਕਿ ਸਰਕਾਰ ਚਲਾਉਣ ਵਾਲੇ ਜਿਹੜੇ ਮੇਨ ਨੇ, ਮੁੱਖ ਮੰਤਰੀ, ਉਹ ਪੰਜਾਬ ਦੇ ਵਿੱਚ ਕਿੰਨੇ ਦਿਨ ਆਏ, ਇਹ ਆਪਣੇ ਆਪ 'ਚ ਰਿਕਾਰਡ ਹੋਊਗਾ। ਇਹ ਵੀ ਆਪਣੇ ਆਪ ਦੇ ਵਿੱਚ ਸ਼ਾਇਦ ਰਿਕਾਰਡ ਹੋਊਗਾ ਕਿ ਜਿਹੜੇ ਮੁੱਖ ਮੰਤਰੀ ਨੇ ਉਹ ਸਰਕਾਰੀ ਕੋਠੀ ਦੇ ਵਿੱਚ ਸਰਕਾਰੀ ਕੋਠੀ ਛੱਡ ਕੇ ਆਪਣੇ ਪ੍ਰਾਈਵੇਟ ਘਰ ਦੇ ਵਿੱਚ ਰਹੇ, ਔਰ ਮੈਕਸਿਮਮ ਸਰਕਾਰ ਜਿਹੜੀ ਸੀ ਉਹ ਵੀਡੀਓ ਦੇ ਰਾਹੀਂ ਚੱਲੀ, ਫੇਸਬੁੱਕ ਦੇ ਰਾਹੀਂ ਚੱਲੀ, ਸੋਸ਼ਲ ਮੀਡੀਆ ਦੇ ਰਾਹੀਂ ਚੱਲੀ, ਉਹਦੇ ਉੱਤੇ ਹੀ ਐਕਟਿਵ ਜਿਹੜਾ ਉਹ ਰਹੇ। ਲਾਈਕਸ ਵਾਲਾ ਆਪਾਂ ਦੇਖਿਆ ਜੀ, ਇਹ ਲਾਈਕਸ ਤੇ ਕਮੈਂਟਸ ਵਾਲਾ ਜਿਹੜਾ ਮਾਮਲਾ, ਉਹਦੇ ਚੱਕਰਾਂ ਦੇ ਵਿੱਚ ਉਹ ਫਸੇ ਰਹੇ ਵੀ ਅੱਛਾ ਇੰਨੇ ਲੋਕ ਦੇਖ ਰਹੇ ਆ ਮੈਨੂੰ ਫੇਸਬੁੱਕ ਦੇ ਉੱਤੇ, ਇੰਨੇ ਲੋਕ ਕਮੈਂਟ ਕਰ ਰਹੇ ਆ, ਇੰਨੇ ਲੋਕ ਇਹਨੂੰ ਸ਼ੇਅਰ ਕਰ ਰਹੇ ਆ, ਪੰਜਾਬ ਜਾਣ ਦੀ ਕੀ ਲੋੜ ਹੈ, ਸਾਰੇ ਲੋਕ ਤਾਂ ਫੇਸਬੁੱਕ ਦੇ ਉੱਤੇ ਬੈਠੇ ਆ ਵਿਹਲੇ ਹੋ ਕੇ ਮੈਨੂੰ ਸੁਣਨ ਦੇ ਵਾਸਤੇ। ਇਹ ਉਹਨਾਂ ਦੇ ਦਿਮਾਗ ਦੇ ਵਿੱਚ ਭਰ ਦਿੱਤਾ ਗਿਆ ਆਲੇ ਦੁਆਲੇ ਤੋਂ। ਇਸ ਕਰਕੇ ਉਹਨਾਂ ਨੇ ਪੰਜਾਬ ਜਾਣਾ, ਗਰਾਊਂਡ ਰਿਐਲਿਟੀ ਚੈੱਕ ਕਰਨੀ ਜ਼ਰੂਰੀ ਨਹੀਂ ਸਮਝੀ। ਔਰ ਕਿਸ ਤਰੀਕੇ ਦੇ ਨਾਲ ਕਰਪਸ਼ਨ ਦਾ ਬੋਲਬਾਲਾ ਹੋ ਗਿਆ, ਇਹ ਕੋਈ ਵਿਰੋਧੀ ਧਿਰ ਛੱਡੋ, ਮੇਰੀ ਗੱਲ ਛੱਡੋ, ਕਿਸੇ ਹੋਰ ਪੱਤਰਕਾਰ ਦੀ ਗੱਲ ਜਿਹੜੀ ਉਹ ਛੱਡੋ, ਉਹ ਆਪ ਹੀ ਜਿਹੜਾ ਡੋਜ਼ੀਅਰ ਦਾ ਚਰਚਾ ਚੱਲ ਰਿਹਾ, ਉਹ ਆਪ ਹੀ ਫਾਈਲਾਂ ਬਣਾ ਕੇ ਲਗਾਏ ਕਿ MLA ਜਿਹੜੇ ਉਹ ਕਿੱਥੇ ਕਿੱਥੇ ਕਰਪਸ਼ਨ ਕਰ ਰਹੇ, ਕਿਸੇ ਹੋਰ ਨੂੰ ਕਹਿਣ ਦੀ ਜ਼ਰੂਰਤ ਨਹੀਂ ਪਈ। ਉਹ ਕਾਂਗਰਸ ਇਹ ਸੋਚ ਰਹੀ ਆ ਵੀ ਗੱਲ ਹੀ ਕੋਈ ਨਹੀਂ, ਸਾਡੀ ਅਗਲੀ ਟਰਮ ਜਿਹੜੀ ਆ ਉਹ ਥਾਲੀ ਦੇ ਵਿੱਚ ਪਰੋਸੀ ਪਈ ਆ, ਬਸ 22 ਆਉਣ ਦੀ ਦੇਰ ਆ, ਅਸੀਂ ਨਾਲ ਦੀ ਨਾਲ ਉਹ ਚੁੱਕ ਕੇ ਤੇ 5 ਸਾਲਾਂ ਦੇ ਵਾਸਤੇ ਫਿਰ ਉਹ ਪਰੋਸੀ ਹੋਈ ਚੀਜ਼ ਜਿਹੜੀ ਆ ਉਹ ਖਾਣੀ ਆ। ਇਹ ਕਾਂਗਰਸ ਦੇ ਦਿਮਾਗ ਦੇ ਵਿੱਚ ਹੈ, ਖਾਸ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ। ਤੀਜੀ ਧਿਰ ਹੈ ਜਿਹੜੀ ਵਿਰੋਧੀ ਧਿਰ, ਮੁੱਖ ਵਿਰੋਧੀ ਧਿਰ। ਵੈਸੇ ਸ਼ਾਇਦ ਹੁਣ ਉਹ ਮੁੱਖ ਵਿਰੋਧੀ ਧਿਰ ਰਹੀ ਨਹੀਂ ਟੈਕਨੀਕਲੀ, ਕਿਉਂਕਿ 3 ਜਿਹੜੇ ਉਹ ਚਲੇ ਗਏ ਨੇ ਕਾਂਗਰਸ ਦੇ ਵਿੱਚ। ਸੁਖਪਾਲ ਸਿੰਘ ਖਹਿਰਾ ਵੈਸੇ ਹੈ ਤਾਂ ਪਹਿਲਾਂ ਵੀ ਨਾਲ ਨਹੀਂ ਸੀਗੇ ਉਹਨਾਂ ਦੇ, ਦੂਸਰਾ ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ। ਜਿਹੜੇ ਨਾਜਰ ਸਿੰਘ ਮਾਨਸ਼ਾਹੀਆ ਨੇ ਉਹ ਪਹਿਲਾਂ ਹੀ ਸ਼ਾਇਦ ਕਾਂਗਰਸ 'ਚ ਨੇ, ਪਤਾ ਨਹੀਂ ਕੋ ਲੱਗ ਰਿਹਾ ਉਹਨਾਂ ਦਾ, ਵੈਸੇ ਸ਼ਾਇਦ ਕਾਂਗਰਸ 'ਚ ਹੀ ਨੇ, ਆਮ ਆਦਮੀ ਪਾਰਟੀ ਨਾਲ ਹੈ ਨਹੀਂ। ਕੰਵਰ ਸੰਧੂ ਜਿਹੜੇ ਨੇ ਉਹ ਵੀ ਕਿਤੇ ਨਹੀਂ ਹੈਗੇ। ਜੇ ਹੁਣ ਜਮਾ ਘਟਾਓ ਕਰੀਏ ਤੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਨਹੀਂ ਹੈਗੀ। ਉਹ ਵਿਰੋਧੀ ਧਿਰ ਦਾ ਜਿਹੜਾ ਉਹ ਦਰਜਾ ਕਦੋਂ ਗਵਾਉਂਦੀ ਆ, ਇਹ ਅਜੇ ਕੁਝ ਟੈਕਨੀਕਲ ਗੱਲਾਂ ਨੇ। ਸ਼ਾਇਦ ਹੋ ਸਕਦਾ ਕਿ ਇਹ ਵੀ ਆਉਂਦੇ ਦਿਨਾਂ ਦੇ ਦੌਰਾਨ ਚਰਚਾ ਦੇ ਵਿੱਚ ਰਹੇ ਕਿ ਵਿਰੋਧੀ ਧਿਰ ਨਹੀਂ ਰਹੀ, ਫਿਰ ਵਿਰੋਧੀ ਧਿਰ ਅਕਾਲੀ ਦਲ ਬਣਦਾ ਇਸ ਹਿਸਾਬ ਦੇ ਨਾਲ। ਉੱਥੋਂ ਵਿਰੋਧੀ ਧਿਰ ਦੇ ਨੇਤਾ ਕੌਣ ਬਣਦੇ ਆ ਇਹ ਅਕਾਲੀ ਦਲ ਨੇ ਡਿਸਾਈਡ ਕਰਨਾ। ਉਹ ਤਾਂ ਸਮਾਂ ਕਿੰਨਾ ਕੁ ਰਹਿ ਗਿਆ, ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੁਣ ਜਿਹੜਾ ਕੌਣ ਬਣਦਾ, ਕੌਣ ਜਾਂਦਾ, ਕੌਣ ਛੱਡਦਾ। ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹਨੇ ਜਿਵੇਂ ਆ ਹਲਕਾ ਇੰਚਾਰਜ ਐਲਾਨੇ ਆ ਪਿਛਲੇ ਦਿਨਾਂ ਦੇ ਵਿੱਚ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਹਲਕਿਆਂ ਦੇ ਵਿੱਚ ਘੁਸਰ ਮੁਸਰ ਵੱਡੇ ਪੱਧਰ ਦੇ ਉੱਤੇ ਜਿਹੜੀ ਉਹ ਹੋਈ ਆ, ਉਹਦੇ ਤੋਂ ਇੱਕ ਵਾਰੀ ਫੇਰ ਲੱਗਦਾ ਹੈ ਕਿ ਜਿਹੜੇ ਫੈਸਲੇ ਨੇ ਉਹ ਵਾਲੰਟੀਅਰ ਜਿਹੜੇ ਨੇ, ਜਿਹੜੇ ਦੇਰ ਤੋਂ ਕੰਮ ਕਰਦੇ ਆ, ਉਹਨਾਂ ਤੋਂ ਪੁੱਛ ਕੇ ਬਹੁਤੇ ਜਿਹੜੇ ਉਹ ਨਹੀਂ ਲਏ ਜਾ ਰਹੇ। ਹਾਲਾਂਕਿ ਕੁਝ ਸੀਟਾਂ ਨੇ 24-25 ਦੇ ਉੱਤੇ ਉਹਨਾਂ ਨੇ ਐਲਾਨੇ ਨੇ ਇਹ ਵਾਲੰਟੀਅਰ। ਅਜੇ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ। ਉਹ ਪਹਿਲਾਂ ਹਲਕਾ ਇੰਚਾਰਜ ਕਰਦੇ ਆ ਜਾਂ ਸਿੱਧੇ ਉਮੀਦਵਾਰ ਐਲਾਨ ਕਰਦੇ ਆ, ਇਹਦੇ ਉੱਤੇ ਨਿਰਭਰ ਕਰੂਗਾ। ਔਰ ਉਹਨਾਂ ਨੂੰ ਵੀ ਬਗਾਵਤ ਦਾ ਸਾਹਮਣਾ ਜਿਹੜਾ ਉਹ ਕਰਨਾ ਪਊਗਾ, ਬਹੁਤ ਸਾਰੇ ਥਾਵਾਂ ਦੇ ਉੱਤੇ ਕਰਨਾ ਪਊਗਾ। ਦੂਜੀ ਵੱਡੀ ਗੱਲ ਹੈ ਕਿ ਜੇ ਆਮ ਆਦਮੀ ਪਾਰਟੀ ਆਪਣਾ CM ਦਾ ਚਿਹਰਾ ਨਹੀਂ ਐਲਾਨਦੀ ਤਾਂ ਉਹਨੂੰ ਫਿਰ ਉਹੀ ਗਲਤੀ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਜਿਹੜੀ ਉਹਨੇ 17 ਦੇ ਵਿੱਚ ਕੀਤੀ ਸੀ। ਕਿਉਂਕਿ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਨੇ ਹਰੇਕ ਪਾਰਟੀ ਤੋਂ, ਜੇ ਵੀ ਫਲਾਂ ਜਿੱਤਦੀ ਆ
ਤੇ ਉਦੋਂ ਵਾਗਡੋਰ ਕਿਹਦੇ ਹੱਥ ਹੋਊਗੀ, ਆ ਜਿੱਤਦੀ ਆ ਤੇ ਉਦੋਂ ਵਾਗਡੋਰ ਕਿਹਦੇ ਹੱਥ ਦੇ ਵਿੱਚ ਹੋਊਗੀ। ਅਫਸਰਸ਼ਾਹੀ ਵੀ ਜਾਣਨਾ ਚਾਹੁੰਦੀ ਹੁੰਦੀ ਆ ਹਰ ਪਾਰਟੀ ਦੇ ਬਾਰੇ ਦੇ ਵਿੱਚ ਕਿ ਜੇ ਆਹ ਪਾਰਟੀ ਜਿੱਤੀ ਫਿਰ ਅਗਵਾਈ ਕੌਣ ਕਰੂਗਾ, ਜੇ ਆਹ ਜਿੱਤੀ ਤੇ ਅਗਵਾਈ ਕੌਣ ਕਰੂਗਾ। ਇਸ ਕਰਕੇ ਇਹ ਪੰਜਾਬ ਦੀ ਸਥਿਤੀ ਇਹੋ ਜਿਹੀ ਆ ਕਿ ਐਲਾਨਣਾ ਜਿਹੜਾ ਉਹ ਪੈਣਾ। ਹਾਲਾਂਕਿ ਕਾਂਗਰਸ ਦੇ ਖੇਮੇ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕਿ ਐਤਕੀ ਬਿਨਾਂ ਸੀਐਮ ਕੈਂਡੀਡੇਟ ਜਿਹੜਾ ਅਨਾਉਂਸ ਕੀਤੇ ਤੋਂ ਚੋਣ ਲੜੀ ਜਾਵੇ। ਇਹ ਸੰਭਵ ਤਾਂ ਹੋ ਨਹੀਂ ਸਕਦਾ, ਨਹੀਂ ਤਾਂ ਅਦਰਵਾਈਜ਼, ਕਿਉਂਕਿ ਉਹਨਾਂ ਦੀ ਗੜਬੜ ਬਹੁਤ ਸਿਖਰ ਦੇ ਉੱਤੇ ਆ ਇਸ ਵੇਲੇ। ਦਿੱਲੀ ਬੈਠੀਆਂ ਨੇ ਫੌਜਾਂ ਇੱਕ ਦੂਜੇ ਦੇ ਖਿਲਾਫ ਜਿਹੜਾ ਨਹੀਂ ਉਹ ਕੱਢ ਕੇ। ਸੋ ਆਮ ਆਦਮੀ ਪਾਰਟੀ ਜਿਹੜੀ ਆ ਇਹ ਦੋ ਚੀਜ਼ਾਂ ਨੂੰ ਜੇ ਉਹ ਸੰਭਾਲਦੀ ਆ ਤਾਂ ਸਥਿਤੀ ਹੋਰ ਹੋਊਗੀ। ਜਿਹੜੇ ਖਾਸ ਤੌਰ ਦੇ ਉੱਤੇ ਵਾਲੰਟੀਅਰ ਜਿਹੜੇ ਨੇ, ਜੇ ਉਹਨਾਂ ਨੂੰ ਟਿਕਟਾਂ ਮਿਲਦੀਆਂ ਨੇ, ਆਮ ਲੋਕਾਂ ਦੇ ਵਿੱਚੋਂ ਟਿਕਟਾਂ ਮਿਲਦੀਆਂ ਨੇ, ਪਰ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਧੜਾ ਧੜ ਜਿਹੜੀਆਂ ਸਿਆਸੀ ਪਾਰਟੀਆਂ ਦੇ ਕੱਢੇ ਛੱਡੇ ਨੇਤਾ ਨੂੰ ਥੋਕ ਦੇ ਵਿੱਚ ਲੈਣਾ ਸ਼ੁਰੂ ਕੀਤਾ ਹੋਇਆ, ਉਹ ਸਿਚੁਏਸ਼ਨ 16 ਵਾਲੀ ਫੇਰ ਉਸ ਪਾਰਟੀ ਨੇ ਬਣਾ ਲੈਣੀ ਆ। ਕਿਉਂਕਿ ਜਿਹੜੇ ਹੁਣ ਆ ਰਹੇ ਆ ਉਹ ਸਾਰੇ ਟਿਕਟੂ ਨੇ। ਉਹ ਟਿਕਟੂ ਇਸ ਕਰਕੇ ਨੇ, ਪਹਿਲਾਂ ਤਾਂ ਦਿਸੇ ਨਹੀਂ, ਹੁਣ ਉਹ ਇਹ ਸੋਚਦੇ ਆ ਕਿ ਆਹ ਠੀਕ ਆ ਕੰਮ ਜਿਹੜਾ ਜੀ, ਇਸ ਪਾਸੇ ਵੱਲ ਜੇ ਜਾਇਆ ਜਾਵੇ ਤੇ ਟਿਕਟ ਤਾਂ ਘੱਟੋ ਘੱਟ ਜਿਹੜੀ ਉਹ ਮਿਲ ਹੀ ਜਾਊਗੀ। ਇਸ ਕਰਕੇ ਇਹ ਟਿਕਟੂ ਆ ਰਹੇ ਨੇ। ਟਿਕਟੂਆਂ ਦੇ ਸਿਰ ਦੇ ਉੱਤੇ ਕਦੀ ਜਿਹੜਾ ਉਹ ਜੰਗਾਂ ਨਹੀਂ ਲੜੀਆਂ ਜਾਂਦੀਆਂ। ਇਹ ਆਮ ਆਦਮੀ ਪਾਰਟੀ ਨੂੰ ਜੇ ਪਿਛਲੀ ਵਾਰੀ ਸਮਝ ਨਹੀਂ ਆਇਆ ਤੇ ਐਤਕੀ ਵੀ ਨਹੀਂ ਸਮਝ ਆ ਰਿਹਾ, ਤੇ ਉਹਦੀ ਬਦਕਿਸਮਤੀ ਜਿਹੜੀ ਉਹ ਹੋ ਸਕਦੀ ਆ। ਅਜੇ ਉਹ ਵੀ ਇਹੋ ਜਿਹੀ ਸਥਿਤੀ ਦੇ ਵਿੱਚ ਨਹੀਂ। ਔਰ ਸੈਕਿੰਡ ਜਿਹੜੀ ਵੱਡੀ ਗੱਲ ਮੈਂ ਤੁਹਾਨੂੰ ਦੱਸੀ ਹੈ ਕਿ ਜੇ ਉਹ ਆਪਣੇ ਉਮੀਦਵਾਰ ਨਹੀਂ ਐਲਾਨਦੇ ਕਿ ਉਹਨਾਂ ਦਾ ਮੁੱਖ ਮੰਤਰੀ ਦਾ ਫੇਸ ਕੌਣ ਹੋਊਗਾ, ਇਹਦਾ ਵੀ ਖਮਿਆਜ਼ਾ ਜਿਹੜਾ ਉਹਨੂੰ ਭੁਗਤਣਾ ਪਊਗਾ। ਭਾਜਪਾ ਜਿਹੜੀ ਆ ਉਹ ਇੱਕ ਇਸ ਪੱਖੋਂ ਨਵੀਂ ਧਿਰ ਹੋਊਗੀ ਕਿ ਉਹਨੇ ਪਹਿਲੀ ਵਾਰੀ ਇੰਡੀਪੈਂਡੈਂਟ ਹੋ ਕੇ ਚੋਣ ਲੜਨੀ ਹੈ। ਇੰਡੀਪੈਂਡੈਂਟ ਹੋ ਕੇ ਲੜਦੀ ਆ, ਕੋਈ ਗੱਠਜੋੜ ਹੁੰਦਾ ਅਜੇ ਕੁਝ ਸਮਾਂ ਜਿਹੜਾ ਉਹ ਪਿਆ। ਔਰ ਉਹਦੀ ਜਿਹੜੀ ਟੇਕ ਹੈ, ਇੱਕ ਤਾਂ ਕਿਉਂਕਿ ਉਹ ਕਰਦੀ ਵੋਟ ਪੋਲਰਾਈਜ਼, ਉਹਨੇ ਧਰੁਵੀਕਰਨ ਵੋਟਾਂ ਦਾ ਕਰਨਾ ਹੁੰਦਾ, ਤੇ ਉਹਦੇ ਵਿੱਚ ਉਹਨੇ ਵੋਟਾਂ ਦੀ ਜਿਹੜੀ ਪੋਲਰਾਈਜ਼ ਆ ਉਹ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਦਲਿਤ ਬਨਾਮ ਜੱਟ ਜਿਹੜਾ ਉਹ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਸੀ। ਜੇ ਤੁਸੀਂ ਇਹਨਾਂ ਦਿਨਾਂ 'ਚ ਦੇਖਿਆ ਹੋਵੇ, ਇੱਕ ਕਿਸੇ ਪੰਚਾਇਤ ਨੇ ਕੋਈ ਝੋਨਾ ਲਾਉਣ ਦੇ ਰੇਟ ਜਿਹੜੇ ਜੀ ਉਹ ਉਹਦੀ ਚਿੱਠੀ ਆ ਗਈ ਸਾਹਮਣੇ, ਉਹਨੂੰ ਇੰਨਾ ਪ੍ਰਚਾਰਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਪੰਜਾਬ ਦੇ ਸਮੁੱਚੇ ਕਿਸਾਨਾਂ ਦੀ ਉਹ ਚਿੱਠੀ ਹੋਵੇ। ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਜਿਹੜੇ ਉਹ ਚਿੱਠੀ ਦੇ ਰੂਪ 'ਚ ਉਹ ਜਾਣਬੁੱਝ ਕੇ ਇੱਕ ਪੁਆੜਾ ਜਿਹੜਾ ਉਹ ਪਾਉਣ ਦੀ ਕੋਸ਼ਿਸ਼ ਹੈ। ਇਹ ਉਹਦੇ ਪਿੱਛੇ ਉਹ ਵੋਟ ਪੋਲਰਾਈਜ਼ ਕਰਨਾ। ਔਰ ਦੂਸਰਾ ਉਹਦੀ ਜਿਹੜੀ ਟੇਕ ਆ ਉਹ ਡੇਰਿਆਂ ਦੇ ਉੱਤੇ ਆ। ਸਰਸਾ ਵਾਲਾ ਜਿਹੜਾ ਡੇਰਾ, ਉਹਦੇ ਮੁਖੀ ਨੂੰ ਬਾਰ-ਬਾਰ ਜਿਹੜਾ ਛੱਡਿਆ ਜਾ ਰਿਹਾ, ਇਹੀ ਕਾਰਨ ਹੈ ਉਹਦੇ ਵੋਟ ਬੈਂਕ ਦੇ ਉੱਤੇ ਅੱਖ ਹੈ। ਜੇ ਤੁਹਾਨੂੰ ਕਿਸੇ ਜਗ੍ਹਾ ਤੋਂ ਵੈਕਸੀਨ ਨਹੀਂ ਲੱਗ ਰਿਹਾ ਪੰਜਾਬ ਦੇ ਵਿੱਚ, ਤੇ ਵੱਡੇ ਡੇਰੇ ਦੇ ਵਿੱਚ ਵੈਕਸੀਨ ਜਦੋਂ ਤੋਂ ਲੱਗਣਾ ਸ਼ੁਰੂ ਹੋਇਆ ਉਦੋਂ ਤੋਂ ਅਵੇਲੇਬਲ ਹੈ, ਉਹਦੀਆਂ ਵੋਟਾਂ ਦੇ ਉੱਤੇ ਟੇਕ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੀ ਹੈ। ਤੇ ਇੱਕ ਧੜਾ ਜਿਹੜਾ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਉਹ ਹੈ ਅਕਾਲੀ ਦਲ ਸੰਯੁਕਤ। ਜਿਹੜਾ ਪਹਿਲਾਂ ਅਕਾਲੀ ਦਲ ਡੈਮੋਕ੍ਰੇਟਿਕ ਬਣਿਆ ਸੀ ਤੇ ਉਧਰ ਅਕਾਲੀ ਦਲ ਟਕਸਾਲੀ ਬਣਿਆ ਸੀ, ਉਹ ਦੋਨੋਂ ਇੱਕ ਹੋ ਕੇ ਉਹਨਾਂ ਨੇ ਅਕਾਲੀ ਦਲ ਸੰਯੁਕਤ ਬਣਾ ਲਿਆ। ਇਹ ਅਕਾਲੀ ਦਲ ਨੂੰ ਇਸ ਕਰਕੇ ਇਗਨੋਰ ਨਹੀਂ ਕਰ ਸਕਦੇ ਕਿ ਜੇ ਇਹ ਜਿੱਤਣ ਦੀ ਸਥਿਤੀ ਦੇ ਵਿੱਚ ਨਹੀਂ ਤੇ ਹਰਾਉਣ ਦੀ ਸਥਿਤੀ ਦੇ ਵਿੱਚ ਹੈਗਾ। ਕਿਉਂਕਿ ਜਿਹੜਾ ਇੱਕ ਪੰਥਕ ਵੋਟ ਬੈਂਕ ਦਰਾਜ ਹੋਇਆ ਅਕਾਲੀ ਦਲ ਬਾਦਲ ਤੋਂ, ਜੇ ਅਕਾਲੀ ਦਲ ਸੰਯੁਕਤ ਸਾਰੇ ਜਗ੍ਹਾ ਦੇ ਉੱਤੇ ਕੈਂਡੀਡੇਟ ਖੜੇ ਕਰ ਦਿੰਦਾ 117 ਵਿਧਾਨ ਸਭਾ ਹਲਕਿਆਂ ਦੇ ਵਿੱਚ, ਜਿੰਨੀ ਉਹ ਵੋਟ ਲਿਜਾਊਗਾ ਉਹਦਾ ਨੁਕਸਾਨ ਜਿਹੜਾ ਉਹ ਅਕਾਲੀ ਦਲ ਬਾਦਲ ਨੂੰ ਹੋਊਗਾ ਉਹਦਾ। ਇਸ ਕਰਕੇ ਇਹਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਕਿ ਉਹਨਾਂ ਦੀ ਕੋਈ ਹੋਂਦ ਨਹੀਂ ਗੀ। ਹੋਂਦ ਉਹਨਾਂ ਦੀ ਜਿਹੜੀ ਉਹ ਹੈਗੀ ਆ, ਉਹ ਉਦੋਂ ਪਹਿਲਾਂ ਰਜਿਸਟਰਡ ਕਰਾ ਕੇ ਉਹਨਾਂ ਕੋਲ ਕੀ ਚੋਣ ਨਿਸ਼ਾਨ ਆਉਂਦਾ ਇਹਦੇ ਉੱਤੇ ਬਹੁਤ ਕੁਝ ਨਿਰਭਰ ਜਿਹੜਾ ਉਹ ਕਰਦਾ। ਉੱਦਾਂ ਤਾਂ ਵੈਸੇ ਅਕਾਲੀ ਦਲ ਮਾਨ ਵੀ ਹੈਗਾ ਜਾਂ ਕੁਝ ਇੱਕ ਹੋਰ ਦਲ ਵੀ ਜਿਹੜੇ ਹੈਗੇ ਆ, ਪਰ ਉਹ ਬਹੁਤੇ ਰੜਕਦੇ ਨਹੀਂ। ਉਹਨਾਂ ਦਾ ਵੋਟ ਬੈਂਕ ਜਿਹੜਾ ਨਹੀਂ ਉਹ ਲਗਭਗ ਸਮਾਪਤੀ ਦੇ ਕੰਢੇ ਹੀ ਆ। ਮਾੜੇ ਮੋਟੇ ਕੋਈ 2-4 ਸੀਟਾਂ ਦੇ ਉੱਤੇ ਜ਼ਰੂਰ ਹੈਗਾ ਕਿ ਉਹ ਥੋੜ੍ਹੀ ਬਹੁਤੀ ਰੜਕ ਜੀ ਰੱਖ ਜਾਂਦੇ, ਅਦਰਵਾਈਜ਼ ਕੋਈ ਬਹੁਤਾ ਕੁਝ ਨਹੀਂ ਹੈਗਾ। ਇਹ ਅੱਜ ਦਾ ਜਿਹੜੇ ਸਿਨੈਰੀਓ ਹੈ ਉਹ ਬਣਿਆ ਹੋਇਆ ਪੰਜਾਬ ਦਾ। ਬਾਕੀ ਆਉਂਦੇ ਦਿਨਾਂ ਦੇ ਦੌਰਾਨ ਬਹੁਤ ਕੁਝ ਬਦਲਣਾ, ਬੜੇ ਸਾਰੇ ਨਵੇਂ ਸਮੀਕਰਨ ਪੈਦਾ ਹੋਣੇ ਆ, ਔਰ ਜਿਵੇਂ ਜੋ ਕੁਝ ਨਵਾਂ ਹੋਊਗਾ ਉਹਦੇ ਉੱਤੇ ਆਪਾਂ ਇਸੇ ਤਰੀਕੇ ਦੇ ਨਾਲ ਵਿਚਾਰ ਚਰਚਾ ਚੀਰ ਫਾੜ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਜੇ ਮੁੱਖ ਮੰਤਰੀ ਦਾ ਅਦਾਰਾ ਵੀ ਇਹ ਕਹਿੰਦਾ ਕਿ ਲਾਈਕਸ
ਤੇ ਸ਼ੇਅਰ ਕਰਾ ਦਿਓ, ਤੇ ਫਿਰ ਸਾਡੇ ਵਰਗੇ ਬੰਦੇ ਨੂੰ ਤਾਂ ਕਹਿ ਹੀ ਦੇਣਾ ਚਾਹੀਦਾ ਵੀ ਲਾਈਕਸ ਤੇ ਸ਼ੇਅਰ ਜ਼ਰੂਰ ਕਰਵਾ ਦੇਣਾ। ਉਹਨਾਂ ਨੂੰ ਲੋੜ ਪੈ ਰਹੀ ਹੈ, ਅਸੀਂ ਤਾਂ ਬਹੁਤ ਆਮ ਜੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।